ਹੈਲੋ ਆਦਾਬ ਐਂਡ ਸਤਿ ਸ਼੍ਰੀ ਅਕਾਲ ਜੀ। ਸੁਪੀਰੀਅਰ ਸਟੱਡੀ ਚੈਨਲ ਉੱਤੇ ਆਪ ਸਭ ਦਾ ਹਾਰਦਿਕ ਸਵਾਗਤ ਹੈ। ਆਪਾਂ ਆਪਣੇ ਇਸ ਚੈਨਲ 'ਤੇ ਕਰ ਰਹੇ ਹਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਟੌਪਿਕਸ, ਜਿਸ ਦੇ ਅਧੀਨ ਅੱਜ ਅਸੀਂ ਕਰਨ ਜਾ ਰਹੇ ਹਾਂ ਲੋਕ ਕਾਵਿ ਦਾ ਇੱਕ ਜਾਣਿਆ ਪਹਿਚਾਣਿਆ ਅਤੇ ਬਹੁਤ ਹੀ ਮਨੋਰੰਜਕ ਟੌਪਿਕ, ਜਿਸ ਦਾ ਨਾਮ ਹੈ ਜੀ ਸਿੱਠਣੀਆਂ। ਸਿੱਠਣੀਆਂ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਦਾ ਸੰਬੰਧ ਹੈ ਜਿਹੜਾ ਜੋੜਿਆ ਜਾਂਦਾ ਹੈ ਵਿਆਹ ਦੇ ਨਾਲ, ਵਿਆਹ ਦੀ ਰਸਮ ਦੇ ਨਾਲ। ਫਿਰ ਚਾਹੇ ਮੁੰਡੇ ਵਾਲੇ ਦੇ ਘਰ ਅਤੇ ਫਿਰ ਚਾਹੇ ਉਹ ਕੁੜੀ ਵਾਲੇ ਦੇ ਘਰ, ਦੋਨਾਂ ਦੇ ਘਰ ਹੀ ਸਿੱਠਣੀਆਂ ਜਿਹੜੀਆਂ ਉਹ ਗਾਈਆਂ ਜਾਂਦੀਆਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਆਪਣਾ ਅੱਜ ਦਾ ਟੌਪਿਕ ਸਟਾਰਟ ਕਰੀਏ, ਇਸ ਤੋਂ ਪਹਿਲਾਂ ਦੇ ਜਿਹੜੇ ਵੀ ਟੌਪਿਕ ਆਪਾਂ ਇਸ ਚੈਨਲ 'ਤੇ ਕੀਤੇ ਨੇ ਉਹਨਾਂ ਸਭ ਦੀਆਂ ਪਲੇਲਿਸਟ ਬਣ ਚੁੱਕੀਆਂ ਨੇ, ਅਤੇ ਨਾਲ ਦੀ ਨਾਲ ਹੀ ਜਿਹੜੇ ਮੌਕ ਟੈਸਟ ਵੀ ਆਪਾਂ ਕਰ ਰਹੇ ਹਾਂ ਉਹਨਾਂ ਦੀ ਵੀ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ। ਉਹਨਾਂ ਦੇ ਲਿੰਕਸ ਮਿਲ ਜਾਣਗੇ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ, ਅਤੇ ਜਿਨ੍ਹਾਂ ਨੇ ਹਾਲੇ ਤੱਕ ਉਹ ਲੈਕਚਰਸ ਅਟੈਂਪਟ ਨਹੀਂ ਕੀਤੇ ਤਾਂ ਉੱਥੇ ਜਾ ਕੇ ਤੁਸੀਂ ਕਰ ਸਕਦੇ ਹੋ ਜੀ। ਅਤੇ ਹੁਣ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ, ਜੋ ਰਹੇਗਾ ਲੋਕ ਕਾਵਿ ਸਿੱਠਣੀਆਂ ਬਾਰੇ। ਹਾਂਜੀ, ਸਿੱਠਣੀਆਂ ਨੂੰ ਕਿਹਾ ਜਾਂਦਾ ਹੈ ਕਿ ਸਿੱਠਣੀਆਂ ਗਾਈਆਂ ਵੀ ਜਾਂਦੀਆਂ ਨੇ ਅਤੇ ਸਿੱਠਣੀਆਂ ਦਿੱਤੀਆਂ ਵੀ ਜਾਂਦੀਆਂ ਨੇ। ਸਭ ਤੋਂ ਪਹਿਲਾਂ ਇਸ ਨਾਲ ਸੰਬੰਧਿਤ ਜਿਹੜਾ ਇੰਪੋਰਟੈਂਟ ਕੁਐਸਚਨ ਆਪਣਾ ਬਣਦਾ ਹੈ ਪੇਪਰ ਦੇ ਪੱਖ ਤੋਂ, ਤਾਂ ਉਹ ਹੈ ਮੂਲ ਸ਼ਬਦ ਕਿਹੜਾ ਗਾ ਜੀ ਜਿੱਥੋਂ ਸਿੱਠਣੀਆਂ ਦੀ ਉਤਪਤੀ ਹੋਈ। ਠੀਕ ਹੈ, ਤਾਂ ਉਹ ਹੈ ਸਿੱਠ ਸ਼ਬਦ ਦਾ ਮੰਨਿਆ ਜਾਂਦਾ ਹੈ। ਇਹਦੇ ਪਿੱਛੇ ਦੋ ਸਾਨੂੰ ਵੈਲਿਡ ਪੁਆਇੰਟ ਮਿਲਦੇ ਨੇ, ਉਹ ਮਿਲਦੇ ਨੇ ਜੀ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਸਿੱਠ ਨੂੰ ਹੀ ਇਸ ਦਾ ਮੂਲ ਸ਼ਬਦ ਮੰਨਿਆ, ਅਤੇ ਜੋ ਡਾਕਟਰ ਬੰਜਾਰਾ ਵੇਦੀ ਨੇ ਉਹਨਾਂ ਨੇ ਵੀ ਸਿੱਠ ਨੂੰ ਹੀ ਇਸ ਦਾ ਮੂਲ ਸ਼ਬਦ ਮੰਨਿਆ। ਤਾਂ ਹੁਣ ਸਿੱਠ ਸ਼ਬਦ ਦਾ ਜਿਹੜਾ ਇਹ ਕਿੱਥੋਂ ਬਣਿਆ ਜੀ, ਇਹ ਬਣਿਆ ਸੰਸਕ੍ਰਿਤ ਦੇ ਸ਼ਬਦ ਸਵਟ ਤੋਂ। ਠੀਕ ਹੈ, ਇਹਦੇ ਨਾਲ ਸੰਗਿਆ ਯਾ ਦੀ ਸੰਗਿਆ ਲਗਾਈ ਗਈ ਹੈ, ਅਤੇ ਬਾਅਦ ਦੇ ਵਿੱਚ ਇਹ ਤੋਂ ਬਣਿਆ ਸਿੱਠ ਸ਼ਬਦ, ਅਤੇ ਸਿੱਠ ਤੋਂ ਬਣਿਆ ਸਿੱਠਣੀਆਂ। ਠੀਕ ਹੈ, ਤਾਂ ਜੇ ਆਪਾਂ ਇਸ ਦਾ ਸ਼ਬਦੀ ਅਰਥ ਦੇਖੀਏ ਤਾਂ ਅਰਥ ਕੀ ਨਿਕਲਦਾ ਹੈ, ਅਯੋਗ ਜਾਂ ਕੌੜੇ ਬੋਲ। ਜਿਹੜੇ ਅਯੋਗ ਜਾਂ ਕੌੜੇ ਬੋਲ ਬੋਲੇ ਜਾਂਦੇ ਨੇ ਉਹਨਾਂ ਨੂੰ ਸਿੱਠਣੀਆਂ ਕਿਹਾ ਜਾਂਦਾ ਹੈ। ਪਰ ਇਹ ਇਸ ਦੀ ਢੁਕਵੀਂ ਪਰਿਭਾਸ਼ਾ ਨਹੀਂ ਹੈ, ਆਪਾਂ ਇਸ ਦਾ ਸਿਰਫ ਸ਼ਬਦੀ ਅਰਥ ਕੀਤਾ ਹੈ। ਅਸਲ ਦੇ ਵਿੱਚ ਸਿੱਠਣੀਆਂ ਕਿਸ ਨੂੰ ਕਿਹਾ ਜਾਂਦਾ ਹੈ, ਜੋ ਵੀ ਹਾਸੇ ਮਖੌਲ ਵਾਲੀਆਂ ਜਿਹੜੀਆਂ ਗੱਲਾਂ ਗੀਤ ਦੇ ਰੂਪ ਵਿੱਚ ਕਹੀਆਂ ਜਾਂਦੀਆਂ ਨੇ ਵਿਆਹਾਂ ਦੇ ਵਿੱਚ ਮਨੋਰੰਜਨ ਪੈਦਾ ਕਰਨ ਦੇ ਲਈ, ਉਹਨਾਂ ਸਾਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਅਸੀਂ ਸਿੱਠਣੀਆਂ ਦੇਣੀਆਂ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਅਸੀਂ ਸਿੱਠਣੀਆਂ ਦਾ ਰੂਪ ਦੇਖਦੇ ਹਾਂ ਕਿ ਕਿਹੜੇ ਕਿਹੜੇ ਰੂਪ 'ਚ ਇਹ ਸਾਨੂੰ ਮਿਲਦੀਆਂ ਨੇ। ਸਭ ਤੋਂ ਪਹਿਲਾਂ ਨਿੰਦਿਆ। ਠੀਕ ਹੈ, ਕਿਸੇ ਦੀ ਨਿੰਦਿਆ ਕੀਤੀ ਹੋ ਸਕਦੀ ਹੈ, ਖਿੱਲੀ ਉਡਾਉਣੀ, ਉਸਦਾ ਮਜ਼ਾਕ ਉਡਾਉਣਾ, ਭੰਡੀ ਕਰਨਾ, ਉਸਦੇ ਔਗਣਾਂ ਦਾ ਪਰਦਾਫਾਸ਼ ਕਰਨਾ। ਠੀਕ ਹੈ, ਕੋਈ ਵੀ ਉਸਦੇ ਔਗਣ ਨੂੰ ਲੈ ਕੇ ਜਾਂ ਸਰੀਰਕ ਕਮਜ਼ੋਰੀ ਨੂੰ ਲੈ ਕੇ ਜਿਹੜੀ ਸਿੱਠਣੀ ਆ ਉਹ ਬਣਾਈ ਜਾ ਸਕਦੀ ਹੈ। ਇਹ ਹੁਣ ਜ਼ਰੂਰੀ ਨਹੀਂ ਕਿ ਪਹਿਲਾਂ ਤੋਂ ਚੱਲਦੀਆਂ ਜਿਹੜੀਆਂ ਸਿੱਠਣੀਆਂ ਉਹ ਜਿਉਂ ਦੀ ਤਿਉਂ ਹੀ ਦਿੱਤੀਆਂ ਜਾਂਦੀਆਂ ਨੇ, ਅਤੇ ਕਾਫੀ ਫੇਰ ਬਦਲ ਕਰਕੇ ਉਹਦੇ ਵਿੱਚ ਮੌਕੇ ਦੇ ਅਨੁਸਾਰ ਵੀ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਵਿਆਹ ਦੇ ਵਿੱਚ। ਠੀਕ ਹੈ, ਅਤੇ ਇਸ ਤੋਂ ਇਲਾਵਾ ਤਾਨੇ ਕੱਸੇ ਜਾਂਦੇ ਨੇ ਜਾਂ ਫਿਰ ਵਿਅੰਗ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਇਹਨਾਂ ਸਾਰੇ ਰੂਪਾਂ ਦੇ ਵਿੱਚ ਸਾਨੂੰ ਸਿੱਠਣੀਆਂ ਵੇਖਣ ਨੂੰ ਮਿਲਦੀਆਂ ਨੇ। ਇਸ ਤੋਂ ਅੱਗੇ ਅਸੀਂ ਕਰਦੇ ਹਾਂ ਜੀ, ਜੋ ਭਾਈ ਕਾਨ ਸਿੰਘ ਨਾਭਾ ਨੇ ਇਸ ਦੀ ਪਰਿਭਾਸ਼ਾ ਦਿੱਤੀ ਹੈ, ਉਹ ਕੀ ਦਿੱਤੀ ਹੈ ਜੀ, ਸਿੱਠਣੀ ਦਾ ਭਾਵ ਵਿਅੰਗ ਨਾਲ ਕਹੀ ਬਾਣੀ ਹੈ। ਹੁਣ ਇਸ ਤੋਂ ਕੀ ਮਤਲਬ ਨਿਕਲਦਾ ਕਿ ਵਿਅੰਗ ਨਾਲ ਜਿਹੜੀ ਕਹੀ ਹੋਈ ਬੋਲੀ, ਕਹਿ ਸਕਦੇ ਹਾਂ ਮਾਰੀ ਹੋਈ ਬੋਲੀ, ਇਹਨਾਂ ਸਾਰਿਆਂ ਨੂੰ ਕਿਹਾ ਜਾਂਦਾ ਹੈ ਸਿੱਠਣੀਆਂ। ਠੀਕ ਹੈ, ਇਹ ਇੰਪੋਰਟੈਂਟ ਪਰਿਭਾਸ਼ਾ ਭਾਈ ਕਾਨ ਸਿੰਘ ਨਾਭਾ ਦੀ। ਅਤੇ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਕਰਨੀ ਜ਼ਰੂਰੀ ਹੈ ਕਿ ਜਿਹੜੀਆਂ ਸਿੱਠਣੀਆਂ ਇਹਨਾਂ ਦੇ ਪੈਦਾ ਹੋਣ ਪਿੱਛੇ ਕਾਰਨ ਕੀ ਆ। ਵੈਸੇ ਕਿਸੇ ਵੀ ਬੁੱਕ ਦੇ ਵਿੱਚ ਆਪਾਂ ਨੂੰ ਇਹਦਾ ਜਿਹੜਾ ਵੈਲਿਡ ਰੀਜ਼ਨ ਹੈ ਉਹ ਨਹੀਂ ਮਿਲਦਾ। ਇੱਕ ਦੋ ਕਾਰਨ ਮੰਨੇ ਜਾਂਦੇ ਨੇ, ਦੋ ਤਾਂ ਪੱਕੇ ਹੀ ਮੰਨੇ ਜਾਂਦੇ ਨੇ। ਪਹਿਲਾ ਕੀ ਮੰਨਿਆ ਜਾਂਦਾ ਹੈ ਕਿ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਮੁਗਲ ਸੀਗੇ ਉਹ ਇਸਤਰੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਜ਼ਬਰਦਸਤੀ। ਠੀਕ ਹੈ, ਜਾਂ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਸੀ, ਤਾਂ ਉਸ ਸਮੇਂ ਜਿਹੜੀਆਂ ਇਸਤਰੀਆਂ ਸੀ ਉਹਨਾਂ ਨੂੰ ਉਹ ਗਾਲਾਂ ਕੱਢਦੀਆਂ ਸੀ। ਹੌਲੀ ਹੌਲੀ ਉਹ ਜਿਹੜੀਆਂ ਗਾਲਾਂ ਗੀਆਂ ਉਹ ਲੈ ਦੇ ਰੂਪ ਵਿੱਚ ਇਸ ਤਰ੍ਹਾਂ ਪ੍ਰਚਲਿਤ ਹੋਈਆਂ ਕਿ ਉਹਨਾਂ ਨੂੰ ਸਮਾਜਿਕ ਪ੍ਰਵਾਨਗੀ ਮਿਲ ਗਈ, ਅਤੇ ਹੁਣ ਉਹਨਾਂ ਨੂੰ ਸਿੱਠਣੀਆਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਠੀਕ ਹੈ, ਅਤੇ ਦੂਸਰੇ ਨੰਬਰ 'ਤੇ ਕਿਹਾ ਜਾਂਦਾ ਇਹਦੇ ਸੰਬੰਧੀ ਇੱਕ ਪਰੰਪਰਾ ਹੈ ਕਿ ਇਹ ਇੱਕ ਖਾਸ ਉਦੇਸ਼ ਦੇ ਨਾਲ ਹੀ ਜਿਹੜੀਆਂ ਸਿੱਠਣੀਆਂ ਉਹ ਬਣਾਈਆਂ ਗਈਆਂ ਜਾਂ ਦਿੱਤੀਆਂ ਜਾਂਦੀਆਂ ਨੇ ਜਾਂ ਗਾਈਆਂ ਜਾਂਦੀਆਂ ਨੇ। ਕਿਉਂਕਿ ਉਸ ਸਮੇਂ ਤੋਂ ਲੈ ਕੇ ਜੇ ਆਪਾਂ ਹੁਣ ਦੀ ਵੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਹੁਣ ਵੀ ਇਹ ਪ੍ਰਚਲਿਤ ਹੈ ਕਿ ਔਰਤਾਂ ਨੂੰ ਜ਼ਿਆਦਾ ਬੋਲਣ ਦਾ ਜਿਹੜਾ ਮੌਕਾ ਨਹੀਂ ਮਿਲਦਾ। ਪਹਿਲਾਂ ਵੀ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਗੁਲਾਮ ਰੱਖਿਆ ਜਾਂਦਾ ਸੀ। ਹੁਣ ਤਾਂ ਖੈਰ ਬਹੁਤ ਜ਼ਿਆਦਾ
ਪਹਿਲਾਂ ਨਾਲੋਂ ਆਪਾਂ ਅੱਗੇ ਆ ਗਏ, ਤਰੱਕੀ ਕਰ ਗਏ, ਠੀਕ ਹੈ। ਪਰ ਪਹਿਲਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਸਤਰੀਆਂ ਸੀਗੀਆਂ ਉਹਨਾਂ ਨੂੰ ਮਰਦ ਦੀ ਇੱਛਾ ਦੇ ਅਧੀਨ ਹੀ ਜਿਹੜਾ ਜੀਵਨ ਆ ਬਿਤਾਉਣਾ ਪੈਂਦਾ ਸੀ। ਪਰ ਇਹ ਹੀ ਇੱਕ ਮੌਕਾ ਹੁੰਦਾ ਸੀ ਜਦੋਂ ਉਹ ਆਪਣੇ ਮਨ ਦਾ ਜਿਹੜਾ ਗੁੱਬ-ਗੁਬਾਹਟ ਆ ਉਹ ਕੱਢ ਸਕਦੀਆਂ ਸੀ, ਠੀਕ ਹੈ। ਉਹਨਾਂ ਦੇ ਮਨ ਦੇ ਵਿੱਚ ਜਿਹੜੇ ਨਾਰਾਜ਼ਗੀ ਆ ਕਿਸੇ ਦੇ ਪ੍ਰਤੀ, ਜਾਂ ਉਹਨਾਂ ਦੇ ਮਨ 'ਚ ਗੁੱਸਾ ਹੁੰਦਾ ਜਿਹੜਾ, ਉਹ ਸਾਰਾ ਕੁਝ ਉਹ ਆਪਣਾ ਉਬਾਲ ਆ ਜਿਹੜਾ ਗੁੱਸੇ ਦਾ ਉਹ ਕੱਢ ਲੈਂਦੀਆਂ ਸੀਗੀਆਂ ਇਸ ਤਰ੍ਹਾਂ ਦੇ ਓਕੇਜ਼ਨ 'ਤੇ, ਠੀਕ ਹੈ। ਇਸ ਤਰ੍ਹਾਂ ਦੇ ਮੌਕੇ 'ਤੇ ਉਹ ਜਿਹੜੀਆਂ ਸਿੱਠਣੀਆਂ ਦੇ ਕੇ ਆਪਦੇ ਮਨ ਨੂੰ ਹਲਕਾ ਕਰ ਲੈਂਦੀਆਂ ਸੀ। ਇਹ ਦੋਨੇ ਵਿਚਾਰ ਮੰਨੇ ਜਾਂਦੇ ਨੇ ਸਿੱਠਣੀਆਂ ਦੇ ਪਿੱਛੇ, ਠੀਕ ਹੈ ਜੀ। ਤੇ ਜੇ ਆਪਾਂ ਕਹੀਏ ਸੋਲਿਡ ਰੂਪ ਦੇ ਵਿੱਚ ਕਿਹੜਾ ਰੀਜ਼ਨ ਹੈ ਤਾਂ ਉਹ ਕੋਈ ਨਹੀਂ ਹੈ, ਠੀਕ ਹੈ। ਦੋਨੋਂ ਰੀਜ਼ਨ ਹੀ ਮੰਨੇ ਜਾਂਦੇ ਨੇ। ਇਸ ਤੋਂ ਬਾਅਦ ਹੈ ਜਿਹੜੀ ਸਿੱਠਣੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ, ਮੌਲਿਕ ਵਿਸ਼ੇਸ਼ਤਾ ਇਸ ਦੀ ਕਿਹੜੀ ਮੰਨੀ ਜਾਂਦੀ ਹੈ, ਤਾਂ ਉਹ ਮੰਨੀ ਜਾਂਦੀ ਹੈ ਜੀ ਹਾਸ ਰਸ। ਦੇਖੋ ਸਿੱਠਣੀ ਚਾਹੇ ਕੋਈ ਵੀ ਹੋਵੇ, ਚਾਹੇ ਕਿਸੇ ਨੂੰ ਵੀ ਦਿੱਤੀ ਗਈ ਹੋਵੇ, ਤੇ ਉਹਦੇ ਵਿੱਚ ਮਜ਼ਾਕ ਤਾਂ ਹੁੰਦਾ ਹੀ ਹੈ, ਪਰ ਉਹ ਜਿਹੜਾ ਮਜ਼ਾਕ ਆ ਉਹ ਇੰਨਾ ਕੋਝਾ ਨਹੀਂ ਹੋਣਾ ਚਾਹੀਦਾ ਕਿ ਉਸ ਨੂੰ ਕੋਈ ਸਾਹਮਣੇ ਵਾਲਾ ਸੀਰੀਅਸ ਲੈ ਲਵੇ, ਠੀਕ ਹੈ। ਉਹਦੇ ਵਿੱਚ ਹਾਸ ਰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਹਾਸਾ ਹੀ ਨਹੀਂ ਹੋਏਗਾ, ਮਜ਼ਾਕ ਹੀ ਨਹੀਂ ਹੋਏਗਾ, ਤਾਂ ਜਿਹੜੀ ਉਹ ਸਿੱਠਣੀ ਆ ਉਹ ਬੇਰਸ ਹੋ ਜਾਏਗੀ, ਠੀਕ ਹੈ। ਤਾਂ ਕਰਕੇ ਇਸ ਦੀ ਮੌਲਿਕ ਵਿਸ਼ੇਸ਼ਤਾ ਜਾਂ ਮੁੱਖ ਵਿਸ਼ੇਸ਼ਤਾ ਅਸੀਂ ਕਹਿ ਸਕਦੇ ਹਾਂ ਹਾਸ ਰਸ। ਇਸ ਤੋਂ ਅੱਗੇ ਸਿੱਠਣੀ ਦੀ ਪ੍ਰਮਾਣਿਕਤਾ ਕਿਸ 'ਤੇ ਨਿਰਭਰ ਕਰਦੀ ਹੈ, ਠੀਕ ਹੈ। ਪ੍ਰਮਾਣਿਕ ਇਸ ਨੂੰ ਮੰਨਿਆ ਜਾਂਦਾ ਹੈ ਕਿਸ ਦੇ ਆਧਾਰ 'ਤੇ, ਵਕਤੇ ਦੇ ਬੋਲਾਂ 'ਤੇ, ਕਿ ਬੋਲਣ ਵਾਲਾ ਕਿਸ ਅੰਦਾਜ਼ ਨਾਲ ਉਸ ਨੂੰ ਬੋਲ ਰਿਹਾ ਹੈ, ਠੀਕ ਹੈ। ਉਸੇ ਹਿਸਾਬ ਨਾਲ ਹੀ ਇਸ ਨੂੰ ਪ੍ਰਮਾਣਿਕਤਾ ਜਿਹੜੀ ਮਿਲਦੀ ਹੈ, ਠੀਕ ਹੈ। ਇਸ ਤੋਂ ਬਾਅਦ ਜੀ ਸਿੱਠਣੀਆਂ ਗਾਈਆਂ ਜਾਂਦੀਆਂ ਹਨ, ਕਿਸ ਦੁਆਰਾ ਗਾਈਆਂ ਜਾਂਦੀਆਂ ਨੇ, ਸਿਰਫ ਔਰਤਾਂ ਦੁਆਰਾ, ਠੀਕ ਹੈ। ਮਰਦ ਸਿੱਠਣੀਆਂ ਨਹੀਂ ਗਾਉਂਦੇ ਜਾਂ ਮਰਦ ਜਿਹੜੇ ਉਹ ਸਿੱਠਣੀਆਂ ਨਹੀਂ ਦਿੰਦੇ, ਖਾਸ ਕਰਕੇ ਜਿਹੜੀਆਂ ਔਰਤਾਂ ਨੇ ਉਹੀ ਸਿੱਠਣੀਆਂ ਦਿੰਦੀਆਂ ਨੇ। ਇਸ ਤੋਂ ਬਾਅਦ ਹੈ ਜੀ ਕਿਹਨੂੰ ਸਿੱਠਣੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਆਪਾਂ ਪੜ੍ਹਦੇ ਹਾਂ। ਤਾਂ ਸਭ ਤੋਂ ਪਹਿਲਾਂ ਹੈ ਜੀ ਲਾੜੇ ਨੂੰ, ਉਸ ਤੋਂ ਬਾਅਦ ਚੰਚ ਵਿੱਚ ਆਏ ਜਿਹੜੇ ਬਰਾਤੀ ਹੈਗੇ ਉਹਨਾਂ ਨੂੰ, ਲਾੜੇ ਦੇ ਰਿਸ਼ਤੇਦਾਰਾਂ ਨੂੰ, ਲਾੜੇ ਦੇ ਮਾਂ-ਬਾਪ ਨੂੰ, ਤੇ ਨਾਨਕਿਆਂ ਦਾਦਕਿਆਂ ਦੁਆਰਾ ਆਪਸ ਦੇ ਵਿੱਚ। ਇਹ ਸਾਰੇ ਜਿਹੜੇ ਸੋਰਸਿਸ ਨੇ ਜਿੱਥੋਂ ਸਾਨੂੰ ਜਿਹੜੀਆਂ ਸਿੱਠਣੀਆਂ ਉਹ ਸੁਣਨ ਨੂੰ ਮਿਲਦੀਆਂ ਨੇ। ਤੇ ਇੱਥੇ ਹੀ ਆਪਾਂ ਕਰਦੇ ਹਾਂ ਕੁਝ ਉਦਾਹਰਨਾਂ ਸਿੱਠਣੀਆਂ ਦੀਆਂ, ਕਿਉਂਕਿ ਹੁਣ ਆਪਾਂ ਇਹ ਟੌਪਿਕ ਛੇੜੇ ਹੀ ਹੋਇਆ ਕਿ ਕਿਹਨੂੰ ਸਿੱਠਣੀਆਂ ਦਿੱਤੀਆਂ ਨੇ, ਤੇ ਨਾਲ ਦੀ ਨਾਲ ਹੀ ਆਪਾਂ ਇਹਦੀਆਂ ਇੱਕ ਦੋ ਉਦਾਹਰਨਾਂ ਵੀ ਕਰ ਲੈਂਦੇ ਹਾਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜਿਹੜੀਆਂ ਸਿੱਠਣੀਆਂ ਵਿਚੋਲੇ ਨੂੰ ਦਿੱਤੀਆਂ ਜਾਂਦੀਆਂ ਨੇ। ਇਹ ਇਸ ਤਰ੍ਹਾਂ ਨੇ ਜੀ, ਮੱਕੀ ਦਾ ਦਾਣਾ ਕੋਠੇ 'ਤੇ, ਵਿਚੋਲਾ ਬਿਠਾਉਣਾ ਝੋਟੇ 'ਤੇ, ਮੱਕੀ ਦਾ ਦਾਣਾ ਪਿੰਡ ਵਿੱਚ ਨਹੀਂ, ਵਿਚੋਲਾ ਨਾ ਰੱਖਣਾ ਪਿੰਡ ਵਿੱਚ ਨਹੀਂ। ਇੱਥੇ ਪਿੰਡ ਦੀ ਥਾਂ 'ਤੇ ਟਿੰਡ ਕਿਹਾ ਜਾਂਦਾ, ਠੀਕ ਹੈ, ਨੋਟ ਕਰ ਲਿਓ। ਮੱਕੀ ਦਾ ਦਾਣਾ ਕਾਂ ਕੋਲੇ, ਵਿਚੋਲਾ ਰੋਵੇ ਮਾਂ ਕੋਲੇ। ਇਸ ਤਰ੍ਹਾਂ ਅਲੱਗ-ਅਲੱਗ ਨਵੇਂ ਬਣਾ ਕੇ ਵੀ ਆਪਦੇ ਕੋਲੋਂ ਘੜ ਕੇ ਵੀ ਜਿਹੜੀਆਂ ਸਿੱਠਣੀਆਂ ਉਹ ਦਿੱਤੀਆਂ ਜਾਂਦੀਆਂ ਨੇ। ਇੱਕ ਹੋਰ ਇਸ ਤਰ੍ਹਾਂ ਦੀ ਹੈ, ਕੁੜਮੋ ਕੁੜਮੀ ਵਰਤਣਗੇ ਵਿਚੋਲੇ ਵਿਚਾਰੇ ਤਰਸਣਗੇ, ਜਾਂ ਕੁੜਮੋ ਕੁੜਮੀ ਵਰਤਣਗੇ ਵਿਚੋਲੇ ਬੈਠੇ ਤਰਸਣਗੇ। ਇਸ ਤਰ੍ਹਾਂ ਦੀਆਂ ਸਿੱਠਣੀਆਂ ਨਾਲ ਜਿਹੜਾ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਵਿਚੋਲੇ ਨੂੰ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਜੋ ਵਿਆਂਦੜ ਹੁੰਦਾ ਹੈ, ਯਾਨੀ ਕਿ ਲਾੜਾ ਹੁੰਦਾ ਹੈ, ਉਸ ਨੂੰ ਜਿਹੜੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਨਮੂਨਾ ਦੇਖਦੇ ਹਾਂ ਆਪਾਂ। ਸੁਣ ਲਾੜਿਆ ਵੇ ਕੱਟੇ ਨੂੰ ਬਾਪੂ ਆਖਿਆ ਕਰ, ਸੁਣ ਕੱਟਿਆ ਵੇ ਬਾਪੂ ਕਹੇ ਤੇ ਟੱਪਿਆ ਕਰ, ਸੁਣ ਲਾੜਿਆ ਵੇ ਕਾਟੋ ਨੂੰ ਬੇਬੇ ਆਖਿਆ ਕਰ, ਸੁਣ ਕਾਟੋ ਨੀ ਬੇਬੇ ਕਹੇ ਤੇ ਟੱਪਿਆ ਕਰ। ਇਸ ਤਰ੍ਹਾਂ ਦਾ ਇੱਕ ਹੋਰ ਨਮੂਨਾ ਦੇਖਦੇ ਹਾਂ ਆਪਾਂ। ਕੀ ਗੱਲ ਪੁੱਛਾਂ ਲਾੜਿਆ ਵੇ, ਕੀ ਗੱਲ ਪੁੱਛਾਂ ਵੇ, ਨਾ ਤੇਰੇ ਦਾੜੀ ਭੌਂਦੂਆ ਨਾ ਤੇਰੇ ਮੁੱਛਾਂ ਵੇ। ਇਸ ਤਰ੍ਹਾਂ ਮਜ਼ਾਕ ਦਾ ਪਾਤਰ ਬਣਦਾ ਹੈ ਜੀ ਵਿਆਂਦੜ ਮੁੰਡਾ ਜਾਂ ਲਾੜਾ। ਇੱਕ ਹੋਰ ਦੇਖਦੇ ਹਾਂ ਆਪਾਂ ਇਸ ਤਰ੍ਹਾਂ ਦੀ ਸਿੱਠਣੀ। ਵਾਹ ਵਾਹ ਨੀ ਚਰਖਾ ਧਮਕਦਾ, ਵਾਹ ਵਾਹ ਨੀ ਚਰਖਾ ਧਮਕਦਾ, ਹੋਰ ਤਾਂ ਜੀਜਾ ਚੰਗਾ ਭਲਾ ਪਰ ਢਿੱਡ ਉਹਦਾ ਲਮਕਦਾ। ਅਗਲਾ ਹੈ ਜੀ ਵਾਹ ਵਾਹ ਨੀ ਚਰਖੇ ਬੀੜੀਆਂ, ਵਾਹ ਵਾਹ ਨੀ ਚਰਖੇ ਬੀੜੀਆਂ, ਹੋਰ ਤਾਂ ਜੀਜਾ ਚੰਗਾ ਭਲਾ ਅੱਖਾਂ ਟੀਰ ਮਟੀਰੀਆਂ। ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਆਪਾਂ ਕਰਦੇ ਹਾਂ ਜੋ ਲਾੜੇ ਦੇ ਪਿਓ ਨੂੰ ਬਣਾਇਆ ਜਾਂਦਾ ਹੈ ਜੀ ਮਜ਼ਾਕ ਦਾ ਪਾਤਰ ਸਿੱਠਣੀਆਂ ਦੇ ਰਾਹੀਂ। ਸਾਡੇ ਤਾਂ ਵਿਹੜੇ ਵਿੱਚ ਤਾਣਾ ਤਣੀਂਦਾ, ਲਾੜੇ ਦਾ ਪਿਓ ਤਾਂ ਕਾਣਾ ਸੁਣੀਂਦਾ, ਐਨਕ ਲਾਉਣੀ ਪਈ ਐਨਕ ਲਾਉਣੀ ਪਈ, ਨਿਲੱਜਿਓ ਲੱਜ ਤੁਹਾਨੂੰ ਨਹੀਂ। ਇਹ ਜਿਹੜੀ ਸਿੱਠਣੀ ਹੈ ਉਹ ਕਾਫੀ ਲੰਬੀ ਹੈਗੀ, ਅੱਗੇ ਅਗਾਂਹ ਵੀ ਇਸ ਨੂੰ ਗਾਇਆ ਜਾਂਦਾ ਹੈ। ਜਿਸ ਤਰ੍ਹਾਂ ਬੋਲਦੇ ਨੇ ਕਿ
ਕੋਰੀ ਤੇ ਤੌੜੀ ਅਸਾਂ ਰਿੰਨੀਆਂ ਗੁੱਲੀਆਂ, ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ, ਰੋਟੀ ਖਵਾਉਣੀ ਪਈ ਨਿਲੱਜਿਓ ਲੱਜ ਤੁਹਾਨੂੰ ਨਹੀਂ। ਮਤਲਬ ਇਸ ਦੇ ਵਿੱਚ ਜਿਹੜਾ ਇਹ ਤੁਕ ਆ ਗਈ ਨਾ, ਨਿਲੱਜਿਓ ਲੱਜ ਤੁਹਾਨੂੰ ਨਹੀਂ, ਇਹ ਬਾਰ-ਬਾਰ ਕਹੀ ਜਾਂਦੀ ਹੈ। ਜਿਸ ਤਰ੍ਹਾਂ ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ, ਲਾੜੇ ਜੋਗਾ ਤੁਸੀਂ ਵਾਜਾ ਮੰਗਾਓ, ਜੰਝ ਤੇ ਸੱਜਦੀ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ। ਮਤਲਬ ਇਸ ਤਰ੍ਹਾਂ ਅਲੱਗ-ਅਲੱਗ ਜਿਹੜੀਆਂ ਗੱਲਾਂ ਗੀਆਂ ਉਹਨਾਂ ਦੇ ਵਿੱਚ ਸ਼ਿਕਾਰ ਬਣਾਇਆ ਜਾਂਦਾ। ਲਾੜੇ ਦੇ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਨੂੰ ਵੀ, ਉਸਦੇ ਚਾਚਿਆਂ ਨੂੰ ਵੀ, ਮਾਮਿਆਂ ਨੂੰ ਵੀ, ਤਾਇਆਂ ਨੂੰ ਵੀ, ਹਰ ਇੱਕ ਤਰ੍ਹਾਂ ਦੀ ਜਿਹੜੀ ਸਿੱਠਣੀ ਹੈਗੀ ਉਸ ਦਾ ਮੇਨ ਮੰਤਵ ਕੀ ਹੁੰਦਾ ਹੈ? ਮਜ਼ਾਕ ਉਡਾਉਣਾ ਜਾਂ ਵਿਅੰਗ ਕੱਸਣਾ। ਤੇ ਉਦੇਸ਼ ਕੀ ਹੁੰਦਾ ਜੀ ਮੁੱਖ ਰੂਪ ਵਿੱਚ ਕਿ ਮਨੋਰੰਜਨ ਕਰਨਾ ਹੈ। ਠੀਕ ਹੈ, ਤਾਂ ਇਹ ਸਿੱਠਣੀ ਸੀ ਜੀ ਜੋ ਲਾੜੇ ਦੇ ਪਿਓ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਨਾਨਕੀਆਂ ਵਰਸਿਸ ਦਾਦਕੀਆਂ, ਜਿਹੜਾ ਕਿ ਮੇਰਾ ਫੇਵਰੇਟ ਪਾਰਟ ਹੈ ਵਿਆਹ ਦੇ ਵਿੱਚ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਨਾਨਕੀ ਅਤੇ ਦਾਦਕੀਆਂ ਦੀ ਜਿਹੜੀ ਜਿੱਦ ਜਦਾਈ ਹੈਗੀ ਉਹ ਦੇਖਣ ਯੋਗ ਹੁੰਦੀ ਆ। ਬਹੁਤ ਜ਼ਿਆਦਾ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਇੱਕ ਧਿਰ ਵੱਲੋਂ ਦੂਜੀ ਧਿਰ ਨੂੰ, ਕਿਉਂਕਿ ਜਿਹੜਾ ਨਾਨਕਾ ਮੇਲ ਹੁੰਦਾ ਉਸ ਦਾ ਵਿਸ਼ੇਸ਼ ਹੱਥ ਹੁੰਦਾ ਵਿਆਹ ਦੇ ਵਿੱਚ। ਠੀਕ ਹੈ, ਤਾਂ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਕਾਫੀ ਆਰਥਿਕ ਮਦਦ ਵੀ ਆ ਵਿਆਹ ਵੇਲੇ ਜਿਹੜੀ ਨਾਨਕਾ ਪਰਿਵਾਰ ਵੱਲੋਂ ਕੀਤੀ ਜਾਂਦੀ ਆ। ਇਸ ਕਰਕੇ ਦਾਦਕੇ ਪਰਿਵਾਰ ਦੇ ਨਾਲ ਨਾਲ ਜਿਹੜਾ ਨਾਨਕਾ ਪਰਿਵਾਰ ਆ ਉਸ ਦਾ ਮੁੱਖ ਸਥਾਨ ਹੁੰਦਾ ਜੀ ਵਿਆਹ ਦੇ ਵਿੱਚ। ਇਸ ਕਰਕੇ ਇਹਨਾਂ ਦੀ ਜਿਹੜੀ ਆਪਸੀ ਟੱਕਰ ਹੈ ਸਿੱਠਣੀਆਂ ਦੇ ਵਿੱਚ ਉਹ ਵੇਖਣਯੋਗ ਹੁੰਦੀ ਹੈ। ਦੇਖਦੇ ਹਾਂ ਆਪਾਂ ਇਸ ਤਰ੍ਹਾਂ ਦੇ ਇੱਕ ਨਮੂਨਾ। ਅੱਜ ਕਿੱਧਰ ਗਈਆਂ ਨੀ ਸੀਤੋ ਤੇਰੀਆਂ ਨਾਨਕੀਆਂ, 12 ਤਾਲਕੀਆਂ, ਖਾਦੇ ਸੀ ਪਕੌੜੇ ਜੰਮੇ ਸੀ ਜੌੜੇ, ਜੌੜੇ ਖਿਡਾਵਣ ਗਈਆਂ ਨੀ ਸੀਤੋ ਤੇਰੀਆਂ ਨਾਨਕੀਆਂ। ਮਤਲਬ ਇਹ ਤੇ ਕਿਸੇ ਦੁਆਰਾ ਵੀ ਜਿਹੜੀ ਸ਼ੁਰੂ ਕੀਤੀ ਜਾ ਸਕਦੀ ਹੈ। ਨਾਨਕਿਆਂ ਦੁਆਰਾ ਦਾਦਕਿਆਂ ਨੂੰ ਕਿਹਾ ਜਾ ਸਕਦਾ ਹੈ ਜਾਂ ਫਿਰ ਦਾਦਕਿਆਂ ਦੁਆਰਾ ਨਾਨਕਿਆਂ ਨੂੰ ਕਿਹਾ ਜਾ ਸਕਦਾ ਹੈ। ਠੀਕ ਹੈ, ਤਾਂ ਫਿਰ ਉਹਦਾ ਜਵਾਬ ਕੀ ਮਿਲਦਾ ਹੈ? ਅੱਜ ਕਿੱਧਰ ਗਈਆਂ ਨੀ ਸੀਤੋ ਤੇਰੀਆਂ ਦਾਦਕੀਆਂ, ਖਾਦੇ ਸੀ ਲੱਡੂ ਜੰਮੇ ਸੀ ਡੱਡੂ, ਹੁਣ ਛੱਪੜਾਂ 'ਚ ਗਈਆਂ ਨੀ ਸੀਤੋ ਤੇਰੀਆਂ ਦਾਦਕੀਆਂ। ਤੇ ਇੱਕ ਹੋਰ ਦੇਖਦੇ ਹਾਂ ਆਪਾਂ ਇਸ ਤਰ੍ਹਾਂ ਦੀ ਹੀ ਸਿੱਠਣੀ। ਛੱਜ ਓਲੇ ਛਾਨਣੀ ਪ੍ਰਾਂਤ ਓਲੇ ਲੱਜਵੇ, ਪ੍ਰਾਂਤ ਓਲੇ ਲੱਜਵੇ, ਨਾਨਕੀਆਂ ਦਾ ਮੇਲ ਆਇਆ ਗਾਉਣ ਦਾ ਨਾ ਚੱਜਵੇ, ਗਾਉਣ ਦਾ ਨਾ ਚੱਜਵੇ। ਇਸ ਤੋਂ ਬਾਅਦ ਦਾਦਕੀਆਂ ਦੀ ਗੱਲ ਕਰੀਏ। ਛੱਜ ਓਲੇ ਛਾਨਣੀ ਪ੍ਰਾਂਤ ਓਲੇ ਡੋਈ ਵੇ, ਦਾਦਕੀਆਂ ਦਾ ਮੇਲ ਦੇਖੋ ਚੱਜ ਦੀ ਨਾ ਕੋਈ ਵੇ। ਇੱਥੋਂ ਕਲੀਅਰ ਹੁੰਦਾ ਕਿ ਉਹ ਇੱਕ ਦੂਜੇ ਨਾਲ ਆ ਜਿਹੜੀ ਧਿਰ ਹੈਗੀ ਉਹ ਮੁਕਾਬਲਾ ਕਰਦੀ ਹੈ ਕਿਸ ਦੇ ਰਾਹੀਂ? ਸਿੱਠਣੀਆਂ ਦੇ ਰਾਹੀਂ। ਠੀਕ ਹੈ ਜੀ, ਇੱਕ ਹੋਰ ਦੇਖ ਲੈਂਦੇ ਹਾਂ ਆਪਾਂ ਇਸ ਤਰ੍ਹਾਂ ਦਾ ਹੀ ਨਮੂਨਾ। ਖਾਣ ਸੂਰੀਆਂ ਆਈਆਂ ਨੀ ਘਰ ਮੀਤੋ ਦੇ, ਮੂੰਹ ਧੋ ਕੇ ਨਾ ਆਈਆਂ ਨੀ ਮੱਖੀਆਂ ਭਿਣਕਦੀਆਂ, ਤੱਤੀ ਜਲੇਬੀ ਖਾਊ ਨੀ ਰਾਹ ਵਿੱਚ ਕਹਿੰਦੀ ਸੀ, ਇੱਥੇ ਕਾਸ ਤੋਂ ਲਿਆਈ ਨੀ ਗੱਡਾ ਜਵਾਕਾਂ ਦਾ। ਇੱਥੋਂ ਕਲੀਅਰ ਹੋ ਜਾਂਦਾ ਆਪਾਂ ਨੂੰ ਕਿ ਇਹ ਕਿੰਨਾ ਵਧੀਆ ਜਿਹੜਾ ਮਾਹੌਲ ਹੈ ਉਦੋਂ ਬਣ ਜਾਂਦਾ ਹੈ। ਸਿੱਠਣੀਆਂ ਦੁਆਰਾ ਸਿਰਜਿਆ ਜਾਂਦਾ ਹੈ ਮਾਹੌਲ ਜਿਸ ਦਾ ਇੱਕੋ ਇੱਕ ਉਦੇਸ਼ ਹੁੰਦਾ ਹੈ ਮਨੋਰੰਜਨ ਪੈਦਾ ਕਰਨਾ। ਅਤੇ ਸਾਡਾ ਇਹ ਪੰਜਾਬੀ ਵਿਰਸਾ ਜਿਹੜਾ ਉਹ ਬਹੁਤ ਜ਼ਿਆਦਾ ਅਨਮੋਲ ਹੈ। ਠੀਕ ਹੈ, ਅਤੇ ਪੁਰਾਣੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਤਾਂ ਇਹ ਸਾਰੀਆਂ ਆਉਂਦੀਆਂ ਨੇ, ਆਪਾਂ ਨੂੰ ਵੀ ਖੈਰ ਆਉਣੀਆਂ ਚਾਹੀਦੀਆਂ ਨੇ ਕਿਉਂਕਿ ਸਾਡਾ ਵਿਰਸਾ ਹੈ, ਵਿਰਾਸਤ ਹੈ। ਅਤੇ ਅੱਜ ਕੱਲ੍ਹ ਤਾਂ ਇਹ ਸਭ ਕੁਛ ਖਤਮ ਕਰਤਾ ਮੈਰਿਜ ਪੈਲੇਸਾਂ ਨੇ, ਪਰ ਫਿਰ ਵੀ ਜਿਹੜੇ ਹਿਸਾਬ ਨਾਲ ਹੁਣ ਹਾਲਾਤ ਚੱਲ ਰਹੇ ਨੇ ਸ਼ਾਇਦ ਫਿਰ ਲੋਕ ਘਰਾਂ ਵਿੱਚ ਵਿਆਹ ਕਰਨ ਲੱਗ ਜਾਣ। ਚਲੋ ਦੇਖਦੇ ਹਾਂ, ਆਪਾਂ ਕਰਦੇ ਹਾਂ ਆਪਣਾ ਟੌਪਿਕ ਕੈਰੀ ਔਨ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜਾ ਸਿੱਠਣੀਆਂ ਦਾ ਸ਼ਿਕਾਰ ਹੈ ਉਹ ਵਿਸ਼ੇਸ਼ ਰੂਪ ਵਿੱਚ ਕਿਹੜੇ ਰਿਸ਼ਤੇ ਬਣਦੇ ਨੇ, ਤਾਂ ਉਹ ਹੁੰਦੇ ਨੇ ਕੁੜਮ ਅਤੇ ਨਾਨਕੇ ਅਤੇ ਦਾਦਕੇ। ਠੀਕ ਹੈ, ਆਪਾਂ ਆਲਰੇਡੀ ਇਹ ਸਿੱਠਣੀਆਂ ਕਰ ਲਈਆਂ ਨੇ, ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਅਗਲਾ ਹੈ ਜੀ ਸਿੱਠਣੀਆਂ ਦਾ ਉਦੇਸ਼ ਮਸ਼ਕਰੀ ਕਰਕੇ ਮਨੋਰੰਜਨ ਕਰਨਾ। ਇਹ ਇੰਪੋਰਟੈਂਟ ਕੁਐਸਚਨ ਹੈ। ਅਗਲਾ ਹੈ ਜੀ ਸਿੱਠਣੀਆਂ ਵਿੱਚ ਕਿਹੜਾ ਅਪ੍ਰਵਾਨਿਤ ਅੰਸ਼ ਸ਼ਾਮਿਲ ਹੁੰਦਾ ਹੈ? ਉਹ ਹੁੰਦਾ ਹੈ ਜੀ ਅਸ਼ਲੀਲਤਾ। ਕਾਫੀ ਹੱਦ ਤੱਕ ਜਿਹੜੀ ਅਸ਼ਲੀਲਤਾ ਇਹਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ, ਪਰ ਇਹਨੂੰ ਇਸ ਜਿਹੜਾ ਪੇਸ਼ ਕਰਨ ਦਾ ਢੰਗ ਹੈ ਨਾ, ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖਿਆ ਕਿ ਇਸ ਦੀ ਪ੍ਰਮਾਣਿਕਤਾ, ਮਤਲਬ ਪ੍ਰਮਾਣਿਕ ਕਦੋਂ ਮੰਨਿਆ ਜਾਂਦਾ, ਇਸ ਨੂੰ ਪ੍ਰਵਾਨਗੀ ਕਦੋਂ ਮਿਲਦੀ ਹੈ? ਜਦੋਂ ਇਹਦੇ ਜਿਹੜੇ ਬੋਲ ਆ ਗਏ ਉਹ ਇੱਕ ਲੈਅ ਦੇ ਵਿੱਚ ਹੋਣ ਅਤੇ ਇੱਕ ਬਾਝਵੇਂ ਤਰੀਕੇ ਦੇ ਨਾਲ ਪੇਸ਼ ਕੀਤੇ ਜਾਣ। ਇਸ ਤਰ੍ਹਾਂ ਦੇਖਣ ਵਾਲੇ ਨੂੰ ਐਵੇਂ ਨਾ ਲੱਗੇ ਕਿ ਇਹ ਨਿਰਾ ਅਸ਼ਲੀਲ ਜਿਹੜਾ ਕਾਵ ਰੂਪ ਹੈ। ਇਸ ਤਰ੍ਹਾਂ ਦਾ ਜਿਹੜਾ ਇਹਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਵਕਤੇ ਦੇ ਦੁਆਰਾ ਕਿ ਇਹਦੇ ਵਿੱਚ ਪ੍ਰਵਾਨਗੀ ਮਿਲ ਜਾਂਦੀ ਹੈ, ਸਮਾਜਿਕ ਪ੍ਰਵਾਨਗੀ ਮਿਲ ਜਾਂਦੀ ਹੈ। ਅਤੇ ਕਾਫੀ ਹੱਦ ਤੱਕ ਜਿਹੜੀ ਅਸ਼ਲੀਲਤਾ ਹੈਗੀ ਉਹ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ। ਕਈ ਜਿਹੜੇ ਸ਼ਬਦ ਹੈਗੇ ਜਾਂ ਕਿਹਨਾਂ ਦਾ ਜਿਹੜਾ ਮਤਲਬ ਆ
ਉਹ ਆਪਾਂ ਨੂੰ ਲੱਗਦਾ ਕਿ ਇਹ ਸਦਾਚਾਰਕ ਨਿਯਮਾਂ ਦੇ ਉਲਟ ਹੈ, ਉਹ ਵੀ ਇਸ ਦੇ ਵਿੱਚ ਕਾਫੀ ਹੱਦ ਤੱਕ ਪੇਸ਼ ਆਓ ਹੋ ਜਾਂਦਾ ਹੈ। ਠੀਕ ਹੈ, ਨਿਰਾ ਪੂਰਾ ਨਹੀਂ ਹੁੰਦਾ ਪਰ ਥੋੜ੍ਹੇ ਜਿਹੇ ਅੰਸ਼ ਆ ਜਿਹੜੇ ਉਹ ਮਿਲ ਜਾਂਦੇ ਨੇ। ਇਸ ਤੋਂ ਬਾਅਦ ਅਗਲਾ ਕਰਦੇ ਹਾਂ ਆਪਾਂ, ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਜੀ, ਅਤੇ ਜੋ ਜੀ ਸੀ ਨੈਟ ਦੇ ਵਿੱਚ ਇਹ ਪ੍ਰਸ਼ਨ ਆ ਚੁੱਕਿਆ। ਵਿਆਹ ਨਾਲ ਸੰਬੰਧਿਤ ਜਿਹੜੇ ਪ੍ਰਮੁੱਖ ਕਾਵ ਰੂਪ ਨੇ ਜਾਂ ਜਿਹੜੇ ਵਿਆਹ ਦੇ ਗੀਤ ਨੇ, ਇਹਨਾਂ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ? ਤਾਂ ਇਹ ਵੰਡਿਆ ਜਾਂਦਾ ਜੀ 4 ਹਿੱਸਿਆਂ ਦੇ ਵਿੱਚ। ਕਿਹੜੇ ਕਿਹੜੇ? ਘੋੜੀ, ਸੁਹਾਗ, ਹੇਅਰਾ ਤੇ ਮਾਈਆ। ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲੈਣਾ। ਇਹ ਆਪਾਂ ਜਿਹੜਾ ਮਾਈਆ ਨਹੀਂ ਹੈ, ਇੱਥੇ ਸਿੱਠਣੀਆਂ ਆਏਗਾ, ਇਹਨੂੰ ਠੀਕ ਕਰ ਲਿਓ। ਘੋੜੀ, ਸੁਹਾਗ, ਹੇਅਰਾ ਤੇ ਸਿੱਠਣੀਆਂ। ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਜੀ, ਨੋਟ ਕਰ ਲਿਓ ਇਸ ਨੂੰ। ਇਸ ਤੋਂ ਬਾਅਦ ਹੈ ਅਗਲਾ ਪ੍ਰਸ਼ਨ ਸਾਡਾ ਬਣਦਾ, ਸਿੱਠਣੀਆਂ ਗਾਉਣ ਵਾਲੀਆਂ ਜਿਹੜੀਆਂ ਧਿਰਾਂ ਨੇ, ਕਿਹੜੀਆਂ ਕਿਹੜੀਆਂ ਧਿਰਾਂ ਨੇ? ਉਹ ਤਾਂ 2 ਧਿਰਾਂ ਹੁੰਦੀਆਂ ਨੇ, ਕਿਉਂਕਿ ਪ੍ਰਤੀਕਰਮ ਹੋਣਾ ਜ਼ਰੂਰੀ ਹੈ। ਜੇ ਇੱਕ ਸਿੱਠਣੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਜਿਹੜਾ ਜਵਾਬ ਹੈਗਾ ਉਹ ਦੇਣ ਦੇ ਲਈ ਵੀ ਇੱਕ ਧਿਰ ਹੋਣੀ ਚਾਹੀਦੀ ਹੈ। ਪਰ ਹੁਣ ਇਹ ਐਵੇਂ ਨਹੀਂ ਹੈਗਾ ਕਿ ਇਹ ਹਰ ਇੱਕ ਰੂਪ ਦੇ ਵਿੱਚ ਹੀ ਮਿਲਦੀਆਂ ਸਾਨੂੰ। ਜ਼ਿਆਦਾਤਰ ਜਿਹੜਾ ਪ੍ਰਤੀਕਰਮ ਸਾਨੂੰ ਮਿਲਦਾ ਉਹ ਮਿਲਦਾ ਹੈ ਨਾਨਕੇ ਵਰਸਸ ਦਾਦਕੇ। ਠੀਕ ਹੈ, ਇਸ ਸ਼੍ਰੇਣੀ ਦੇ ਵਿੱਚ ਆਪਾਂ ਨੂੰ ਮਿਲਦਾ ਪ੍ਰਤੀਕਰਮ। ਇਸ ਤੋਂ ਬਾਅਦ ਸਿੱਠਣੀਆਂ ਦੀ ਪ੍ਰਕਿਰਤੀ ਕੀ ਹੈ? ਸਹਿਜ ਤੇ ਲਚਕੀਲੀ ਹੈ। ਸਹਿਜ ਮਤਲਬ ਕੋਈ ਇਹੋ ਜਿਹੇ ਸ਼ਬਦ ਨਹੀਂ ਹੁੰਦੇ ਵੀ ਵਿਸ਼ੇਸ਼ ਤੌਰ 'ਤੇ ਸਾਨੂੰ ਯਾਦ ਕਰਨੇ ਪੈ ਜਾਣ, ਸਹਿਜ ਰੂਪ ਦੇ ਵਿੱਚ ਹੁੰਦੀ ਹੈ। ਸੌਖਿਆਂ ਹੀ ਇਹ ਆਸਾਨੀ ਨਾਲ ਜਿਹੜੇ ਲੋਕ ਮਨ ਦੇ ਵਿੱਚ ਵਸ ਜਾਂਦੀਆਂ ਨੇ, ਯਾਦ ਹੋ ਜਾਂਦੀਆਂ ਨੇ। ਅਤੇ ਦੂਸਰਾ ਹੈ ਲਚਕੀਲੀ ਆ। ਇਹ ਵੀ ਨਹੀਂ ਹੈਗਾ ਕਿ ਇਹਦੇ ਵਿੱਚ ਅਸੀਂ ਕੋਈ ਚੇਂਜ ਨਹੀਂ ਕਰ ਸਕਦੇ, ਆਪਣੀ ਲੋੜ ਅਨੁਸਾਰ, ਮਨੋਘੜਤ ਜਾਂ ਸਥਿਤੀ ਦੇ ਅਨੁਸਾਰ, ਸਥਾਨ ਦੇ ਅਨੁਸਾਰ ਇਹਦੇ ਵਿੱਚ ਆਪਾਂ ਨਵੇਂ ਸ਼ਬਦ ਐਡ ਕਰਕੇ ਜਿਹੜੀ ਸਿੱਠਣੀ ਆ ਉਸ ਨੂੰ ਅੱਗੇ ਵਧਾ ਸਕਦੇ ਹਾਂ ਜਾਂ ਆਪਣੇ ਕੋਲੋਂ ਬਣਾ ਸਕਦੇ ਹਾਂ। ਠੀਕ ਹੈ, ਤਾਂ ਇਸ ਦੀ ਪ੍ਰਕਿਰਤੀ ਉਹ ਸਹਿਜ ਤੇ ਲਚਕੀਲੀ ਹੈ। ਅੱਗੇ ਹੈ ਜੀ, ਸਿੱਠਣੀਆਂ ਕਦੋਂ ਦਿੱਤੀਆਂ ਜਾਂਦੀਆਂ ਨੇ? ਕਦੋਂ ਦਿੱਤੀਆਂ ਜਾਂਦੀਆਂ ਨੇ? ਨਾਨਕਾ ਮੇਲ ਆਉਣ ਸਮੇਂ, ਜੰਝ ਆਉਣ ਸਮੇਂ, ਜੰਝ ਦੇ ਰੋਟੀ ਖਾਣ ਸਮੇਂ, ਜਾਗੋ ਵੇਲੇ, ਵਰੀ ਦਿਖਾਉਣ ਵੇਲੇ, ਵਿਚੋਲੇ ਦੇ ਢੁੱਕਣ ਸਮੇਂ ਜਾਂ ਛਟੀਆਂ ਖੇਡਣ ਵੇਲੇ। ਕਈ ਹੋਰ ਰਸਮਾਂ ਵੀ ਹੁੰਦੀਆਂ, ਉਦੋਂ ਵੀ ਜਿਹੜੀਆਂ ਸਿੱਠਣੀਆਂ ਉਹ ਦਿੱਤੀਆਂ ਜਾਂਦੀਆਂ ਨੇ ਵਿਆਹ ਮੌਕੇ। ਠੀਕ ਹੈ ਜੀ, ਅਗਲਾ ਪ੍ਰਸ਼ਨ ਹੈ, ਲਾੜੇ ਨੂੰ ਪਲੰਘ 'ਤੇ ਬਿਠਾ ਕੇ ਦਿੱਤੀਆਂ ਜਿਹੜੀਆਂ ਸਿੱਠਣੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਕਾਮਨ। ਠੀਕ ਹੈ, ਅਗਲਾ ਪ੍ਰਸ਼ਨ ਕਰਦੇ ਹਾਂ ਆਪਾਂ। ਸ਼ਿਵ ਪੁਰਾਣ ਦੇ ਅਨੁਸਾਰ ਸਾਨੂੰ ਇੱਕ ਕਥਨ ਮਿਲਦਾ ਹੈ ਕਿ ਸ਼ਿਵ ਜੀ ਦੇ ਵਿਆਹ ਮੌਕੇ ਵੀ ਜਿਹੜੀਆਂ ਸਿੱਠਣੀਆਂ ਦਿੱਤੀਆਂ ਗਈਆਂ ਹਨ। ਅਤੇ ਕਈ ਕਿਤਾਬਾਂ ਦੇ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਵੇਲੇ ਵੀ ਜਿਹੜੀਆਂ ਸਿੱਠਣੀਆਂ ਸੀਗੀਆਂ ਉਹ ਦਿੱਤੀਆਂ ਗਈਆਂ ਸੀ। ਹੁਣ ਜੇ ਆਪਾਂ ਗੱਲ ਕਰ ਰਹੇ ਹਾਂ ਸ਼ਿਵ ਪੁਰਾਣ ਦੀ, ਤਾਂ ਸ਼ਿਵ ਜੀ ਨਾਲ ਸੰਬੰਧਿਤ ਇੱਕ ਸਿੱਠਣੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਅਤੇ ਵਿਆਹਾਂ ਦੇ ਵਿੱਚ ਅਕਸਰ ਹੈ ਜਿਹੜੀ ਉਹ ਸਿੱਠਣੀ ਆ ਦਿੱਤੀ ਜਾਂਦੀ ਹੈ। ਠੀਕ ਹੈ, ਹੁਣ ਇਹ ਪ੍ਰਸ਼ਨ ਮੈਂ ਤੁਹਾਡੇ ਲਈ ਛੱਡਿਆ 17 ਨੰਬਰ ਪ੍ਰਸ਼ਨ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਰਾਈਟ ਕਰਨਾ ਹੈ ਇਸ ਦਾ ਆਨਸਰ ਕਿ ਸ਼ਿਵ ਜੀ ਨਾਲ ਸੰਬੰਧਿਤ ਕਿਹੜੀ ਸਿੱਠਣੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਕਮੈਂਟ ਬਾਕਸ ਦੇ ਵਿੱਚ ਟਾਈਪ ਕਰ ਦਿਓ ਜੀ। ਇੱਥੇ ਵੀਡੀਓ ਨੂੰ ਪੌਜ਼ ਕਰ ਦਿਓ ਅਤੇ ਟਾਈਪ ਕਰ ਦਿਓ ਆਪਣਾ ਆਨਸਰ। ਇੱਥੇ ਹੀ ਖਤਮ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ, ਜਿਹੜਾ ਕਿ ਸਿੱਠਣੀਆਂ ਬਾਰੇ ਸੀ। ਅਤੇ ਆਸ ਹੈ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ, ਅਤੇ ਜੇਕਰ ਤੁਹਾਨੂੰ ਆਪਣਾ ਲੈਕਚਰ ਪਸੰਦ ਆਇਆ ਤਾਂ ਲਾਈਕ ਐਂਡ ਕਮੈਂਟ ਕਰਨਾ ਕਦੇ ਨਾ ਭੁੱਲਿਓ, ਅਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ। ਕਰਦੇ ਰਹੋ ਪੰਜਾਬੀ ਦੀ ਤਿਆਰੀ ਅਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਡ ਸਟੱਡੀ ਚੈਨਲ। ਧੰਨਵਾਦ ਜੀ।